ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪ੍ਰਭ ਕੀ ਉਸਤਤ ਕਰਹੁ ਸੰਤ ਮੀਤ, ਸਾਵਧਾਨ ਇਕਾਗਰ ਚੀਤ। प्रभ की उस्तत करहो संत मीत, सावधान एकाग्र चीत। वाहिगुरु जी का खालसा, वाहिगुरु जी की फतेह। गुरां दी साजी, गुरां दी निवाजी हुई साध संगत जी, बड़े ही वडमुल्ले भाग हन साडे जो सतगुरां जी दी धन गुरु अर्जन देव महाराज जी तो उचारी हुई अमृत रूप बाणी श्री सुखमनी साहिब जी दी विचार दे नाल जुड़न दा सुभाग प्राप्त कर रहे हां। सो आओ अज साडी 24वीं अष्टपदी दा संपूर्णता वाला जो 4 पौड़ियां विचार दे रहत रहिंदियां हन, वो असीं सतगुरां दी आग्या लैके विचार करांगे। प्रभ की उस्तत करहो संत मीत, 5वें पदे तो आरंभता करदे हन इस 24वीं पौड़ी दे कि भाई हुण महाराज साहिब सिक्ख्या दिंदे हन। ये प्यारे संत जनों, ये साडे सज्जण प्यारिओ, वाहिगुरु दी उस्तत हर वक्त करदे रहा करो। सावधान एकाग्र चीत। उस्तत करन वेले मूड बिरती ना रखियो। मूड जिहड़े हुंदे बिखई हुंदे, विषयां दी इच्छा बनी रहिंदी है, कुछ खाण दी, कुछ पीण दी, कुछ होर प्राप्ति दी। अते इसे प्रकार ਜਿਹੜੇ ਪਾਂਬਰ ਪੁਰਖ ਹੁੰਦੇ ਆ, ਉਹਨਾਂ ਦੀ ਬਿਰਤੀ ਜਿਵੇਂ ਮੱਸਿਆ ਦੀ ਰਾਤ 'ਚ ਚੰਦ ਨਹੀਂ ਦਿਸਦਾ, ਇਹੋ ਜਿਹਾ ਉਹਨਾਂ ਦੇ ਅੰਦਰ ਅਗਿਆਨ ਹੁੰਦਾ। ਤੂੰ ਹਿਰਦੈ ਗੁਪਤ ਵਸਹਿ ਦਿਨ ਰਾਤੀ, ਤੇਰਾ ਭਾਉ ਨ ਬੁੱਝੈ ਗਵਾਰੀ। ਅਤੇ ਜਿਹੜੇ ਜਗਿਆਸੂ ਹੁੰਦੇ ਆ ਨਾ, ਉਹਨਾਂ ਦੀ ਬਿਰਤੀ ਬਖਿਰਤ ਹੁੰਦੀ ਹੈ। ਉਹ ਬਖੇਰ ਜੈਸਾ ਕਦੇ ਚਿੱਤ 'ਚ ਪ੍ਰਕਾਸ਼ ਹੋ ਜਾਂਦਾ, ਕਦੇ ਜਿਵੇਂ ਕਾਲੀ ਬੋਲੀ ਰਾਤ ਹੁੰਦੀ ਹੈ, ਇਹੋ ਜਿਹੀ ਹਾਲਤ ਹੋ ਜਾਂਦੀ। ਕਦੇ ਸੂਰਜ ਦੇ ਚੜ੍ਹਨ ਵਾਂਗੂ ਰੋਸ਼ਨੀ ਜਿਹੀ ਅੰਦਰ ਭਾਸਣ ਲੱਗ ਜਾਂਦੀ ਹੈ, ਕਦੇ ਉੱਕਾ ਹੀ ਮਨ ਨਹੀਂ ਟਿਕਦਾ। ਇਹੋ ਜਿਹੇ ਬਖੇਰ ਦੇ ਸਹਿਤ ਜਿਹੜੀ ਬਿਰਤੀ ਹੁੰਦੀ ਹੈ ਜਗਿਆਸੂ ਦੀ ਅਤੇ ਜੋਗੀਆਂ ਦੀ ਅਨਿਰੁੱਧ ਬਿਰਤੀ ਹੁੰਦੀ ਹੈ। जोगी जिहड़े आ अन निरंतर एक संकल्प नाल 10वें द्वार 'ਚ रोक लैंदे आ चित्त नूं, ओह अनिरुद्ध हुंदी है ते ब्रह्म ज्ञानी दी इकागर हुंदी है। एक दे अगे बिरती जुड़ी रहनी अद्वैत रूप ब्रह्म दे अगे होर कोई किसी प्रकार दा फुरना ना फुरना, ओह हुंदे आ सावधान पुरख। इस प्रकार महाराज 5ਵੀਂ बिरती ब्रह्म वेते दी कह रहे आ इत्थे, सावधान हो कि एकागर एक वाहिगुरु दे अगे चित्त जोड़ के इस प्रकार जुड़े हे भाई वाहिगुरु दी इउं सिफत करो हे संतो मित्रो। सुखमनी सहज गोबिंद गुण नाम। यह सुखमनी साहिब जिहड़ी बाणी सुखां दी मनी है, ਇਹਦੇ 'ਚ ਸਹਿਜੇ ਹੀ ਭਾਈ ਗੋਬਿੰਦ ਦੇ ਗੁਣ ਕਥਨ ਕੀਤੇ ਹੋਏ ਆ, ਵਾਹਿਗੁਰੂ ਦੇ ਨਾਮ ਕਥਨ ਕੀਤੇ ਹੋਏ ਹਨ। ਜਿਸ ਮਨ ਬਸੈ ਸੋ ਹੋਤ ਨਿਧਾਨ। ਜਿਸ ਦੇ ਮਨ 'ਚ ਇਹ ਸੁਖਮਨੀ ਸਾਹਿਬ ਬਾਣੀ ਵਸ ਜਾਏਗੀ, ਉਹ ਨਿਧੀਆਂ ਦਾ ਘਰ ਬਣ ਜਾਏਗਾ, ਖਜ਼ਾਨਾ ਬਣ ਜਾਏਗਾ ਸਾਰਿਆਂ ਗੁਣਾਂ ਦਾ। ਸਰਬ ਇੱਛਾ ਤਾਕੀ ਪੂਰਨ ਹੋਏ। ਭਾਈ ਉਸ ਪੁਰਖ ਦੀ ਇਸ ਪ੍ਰਕਾਰ ਰੂਪ ਬਾਣੀ ਦੇ ਮਨ 'ਚ ਵਸਣ ਨਾਲ ਸਾਰੀਆਂ ਇੱਛਾ ਪੂਰੀਆਂ ਹੋ ਜਾਣਗੀਆਂ। ਪ੍ਰਧਾਨ ਪੁਰਖ ਪ੍ਰਗਟ ਸਭ ਲੋਏ।
ਉਹ ਸਾਰੀ ਦੁਨੀਆ 'ਚ ਪ੍ਰਧਾਨ ਮੁਖੀ ਹੋ ਜਾਏਗਾ। ਜਿਹੜਾ ਪੰਜਾਂ ਵਿਸ਼ਿਆਂ ਨੂੰ ਰੋਕ ਲਏ ਉਹ ਪ੍ਰਧਾਨ ਹੁੰਦਾ ਹੈ। ਜਿਹਦੇ ਸ਼ਬਦ ਸਪਰਸ਼ ਰਸ ਰੂਪ ਗੰਧ ਪੰਜੇ ਵਿਸ਼ੇ ਰੁਕ ਜਾਣ, ਜਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਜਿੱਤਣ ਵਾਲਾ ਉਹ ਪ੍ਰਧਾਨ ਹੋ ਜਾਏਗਾ। ਪੰਚ ਪਰਵਾਨ ਪੰਚ ਪ੍ਰਧਾਨ। ਮਹਾਤਮਾ ਇਹਨਾਂ ਪੰਚਾਂ ਨੂੰ ਜਿੱਤ ਕੇ ਪ੍ਰਧਾਨ ਹੁੰਦੇ ਆ। ਇਸ ਪ੍ਰਕਾਰ ਫਰਮਾਉਂਦੇ ਹਨ, ਪ੍ਰਧਾਨ ਪੁਰਖ ਪ੍ਰਗਟ ਸਭ ਲੋਏ। ਪੰਜਾਂ ਵਿਕਾਰਾਂ ਨੂੰ ਰੋਕ ਕੇ ਉਹ ਪ੍ਰਧਾਨ ਪੁਰਖ ਹੋਣਗੇ ਕੁੱਲ ਦੁਨੀਆ ਦੇ ਵਿੱਚ, ਅਤੇ ਸਾਰਿਆਂ ਲੋਕਾਂ ਵਿੱਚ ਪ੍ਰਗਟ ਹੋਣਗੇ। ਐਸੇ ਜੁੜੇ ਹੋਣਗੇ ਸਾਰਿਆਂ ਲੋਕਾਂ 'ਚੋਂ ਸਰੂਪ ਪਰਮੇਸ਼ਰ ਦਾ ਪ੍ਰਗਟ ਹੋ ਜਾਏਗਾ ਉਹਨਾਂ ਨੂੰ। ਸਭ ਤੇ ਊਚ ਪਾਏ ਅਸਥਾਨ। ਭਾਈ ਸਾਰਿਆਂ ਦਾ ਉੱਚਾ ਉਹ ਤੁਰਿਆ ਪਦ ਰੂਪੀ ਥਾਂ ਹੈ, ਉਸ ਨੂੰ ਪ੍ਰਾਪਤ ਕਰ ਲੈਣਗੇ। ਬਹੁਰ ਨ ਹੋਵੇ ਆਵਨ ਜਾਨ। ਅੱਗੇ ਸਤਿਗੁਰੂ ਫਰਮਾਉਂਦੇ ਹਨ, ਉਸ ਸਰੂਪ 'ਚ ਜੁੜਿਆਂ ਹੋਇਆਂ ਦਾ ਫਿਰ ਦੁਬਾਰਾ ਜਨਮ ਧਾਰ ਕੇ ਮਾਤਾ ਦੇ ਗਰਭ 'ਚ ਨਹੀਂ ਪੁੱਠਾ ਲਮਕਣਾ ਨਹੀਂ ਪਊਗਾ, ਫਿਰ ਜਾਣਾ ਨਹੀਂ ਪਊਗਾ ਮਰ ਕੇ ਮੌਤ ਦੇ ਮੂੰਹ ਵਿੱਚ। ਐਸਾ ਆਨੰਦ ਪ੍ਰਾਪਤ ਹੋਵੇਗਾ। ਹਰ ਧਨ ਖਾਟ ਚੱਲੇ ਜਨ ਸੋਏ। ਉਸ ਹਰੀ ਦੇ ਨਾਮ ਰੂਪੀ ਧਨ ਨੂੰ ਜਨ ਉਹ ਪੁਰਖ ਹੈ ਜਿਹੜਾ ਖੱਟ ਕੇ ਚੱਲਦਾ ਹੈ। ਨਾਨਕ ਜਿਸੈ ਹੈ ਪ੍ਰਾਪਤ ਹੋਏ। ਸਤਿਗੁਰੂ ਜੀ ਕਹਿੰਦੇ, ਜਿਹਨੂੰ ਇਹ ਨਾਮ ਧਨ ਪ੍ਰਾਪਤ ਹੋ ਜੇ ਗੁਰਾਂ ਦੁਆਰਾ, ਉਹ ਹੀ ਖੱਟ ਕੇ ਚੱਲ ਸਕਦਾ ਹੈ। ਇਸ ਦੁਨੀਆ 'ਚੋਂ ਲਾਭ ਪਰਮਾਰਥ ਦਾ ਆਨੰਦ। ਖੇਮ ਸਾਤ ਰਿੱਧ ਨਵ ਨਿਧ। ਇਹ ਸੁਖਮਨੀ ਸਾਹਿਬ ਦੇ ਪਾਠਕ ਜਿਹੜੇ ਇੱਕ ਚਿੱਤ ਹੋ ਕੇ ਜਪਣਗੇ, ਉਹਨਾਂ ਨੂੰ ਕੀ ਕੀ ਫਲ ਪ੍ਰਾਪਤ ਹੋ ਜਾਏਗਾ, ਆਪ ਹੀ ਸਤਿਗੁਰੂ ਮਹਾਤਮ ਦੱਸਦੇ ਹਨ। ਖੇਮ ਸਾਤ ਰਿੱਧ ਨਵ ਨਿਧ। ਉਹਦੀ ਖੇਮ ਰੱਖਿਆ ਹੋਵੇਗੀ, ਉਹਨੂੰ ਸ਼ਾਂਤੀ ਪ੍ਰਾਪਤ ਹੋਵੇਗੀ। 9 ਨਿਧੀਆਂ ਰਿੱਧੀਆਂ 18 ਸਿੱਧੀਆਂ ਵੀ ਪ੍ਰਾਪਤ ਹੋਣਗੀਆਂ। ਬੁੱਧ ਗਿਆਨ ਸਰਬ ਤਹਿ ਸਿੱਧ। ਅੱਗੇ ਦੱਸਦੇ ਸਤਿਗੁਰੂ, ਉਹਨਾਂ ਦੀ ਬੁੱਧੀ ਗਿਆਨ ਵਾਲੀ ਹੋਵੇਗੀ, ਬੋਧ ਹੋਵੇਗਾ ਗਿਆਨ ਸਰੂਪ ਦਾ। ਸਾਰੀਆਂ ਸਿੱਧੀਆਂ 18 ਉਹਨਾਂ ਨੂੰ ਪ੍ਰਾਪਤ ਹੋਣਗੀਆਂ। ਸਾਰੀਆਂ ਸਿੱਧ ਮੁਕਤੀਆਂ ਵੀ ਉਹਨਾਂ ਨੂੰ ਪ੍ਰਾਪਤ ਹੋ ਜਾਣਗੀਆਂ। ਵਿਦਿਆ ਤਪ ਜੋਗ ਪ੍ਰਭ ਧਿਆਨ। ਅੱਗੇ ਸਤਿਗੁਰੂ ਜੀ ਫਰਮਾਉਂਦੇ, ਭਾਈ ਸਾਰੀਆਂ ਵਿਦਿਆ ਦਾ ਉਸ ਦੇ ਅੰਦਰ ਸੰਫੁਰਨ ਹੋ ਜਾਏਗਾ। ਬ੍ਰਹਮ ਵਿਦਿਆ ਦੀ ਵੀ ਉਸ ਨੂੰ ਪ੍ਰਾਪਤੀ ਹੋਵੇਗੀ। ਯੋਗ ਵਿਦਿਆ, ਤੰਤਰ ਵਿਦਿਆ, ਸ਼ਾਸਤਰ ਵਿਦਿਆ ਆਦਿਕ ਸਭ ਵਿਦਿਆ ਉਸ ਨੂੰ ਆ ਜਾਣਗੀਆਂ। ਅਤੇ ਜਪ ਤਪ ਉਹਨਾਂ ਦੇ ਸਾਰੇ ਚਿੱਤ ਦੀ ਇਕਾਗਰਤਾ ਕਰਕੇ ਧੂਣੀਆਂ ਦਾ ਤੌਣਾ ਜਲ ਧਾਰਾ ਆਦਿਕ ਕਰਨੀ। ਤਾਮਸੀ ਤਪ ਹੈ, ਸਾਂਤਕੀ ਤਪ ਇੰਦਰੀਆਂ ਦਾ ਨਿਰੋਧ ਕਰਨ ਰੂਪ। ਰਾਜਸੀ ਤਪ ਆਦਿਕ ਸਾਰੇ ਤਪ ਪ੍ਰਾਪਤ ਹੋ ਜਾਣਗੇ। ਤੇ ਯੋਗ ਮੰਤਰ ਯੋਗ, ਲੈ ਯੋਗ, ਹੱਠ ਯੋਗ, ਰਾਜ ਯੋਗ ਆਦਿਕ ਸਾਰੇ ਯੋਗ ਪ੍ਰਾਪਤ ਹੋ ਜਾਣਗੇ। ਅਕਾਲ ਪੁਰਖ ਦਾ ਧਿਆਨ ਜੁੜ ਜਾਏਗਾ ਉਹਨਾਂ ਦੇ ਅੰਦਰ। ਪਰਮੇਸ਼ਰ ਨੂੰ ਧਿਆਉਣਗੇ ਵਿਆਪਕ ਰੂਪ ਜਾਣ ਕੇ। ਗਿਆਨ ਸਰੇਸਟ ਊਤਮ ਇਸਨਾਨ। ਭਾਈ ਸਾਰਿਆਂ ਗਿਆਨਾਂ 'ਚੋਂ ਪਦਾਰਥਕ ਗਿਆਨ ਹਨ, ਸੰਵਾਏ ਗਿਆਨ, ਸੰਬੰਧ ਗਿਆਨ ਆਦਿਕ ਉਹਨਾਂ ਸਾਰਿਆਂ ਗਿਆਨਾਂ 'ਚੋਂ ਪਰਮਾਰਥ ਦਾ ਸਰੂਪ ਦਾ ਜਿਹੜਾ ਅਪਰੋਖ ਗਿਆਨ ਹੈ, ਇਹ ਸ੍ਰੇਸ਼ਟ ਗਿਆਨ ਪ੍ਰਾਪਤ ਹੋਵੇਗਾ। ਇਸ਼ਨਾਨ ਸਾਰਿਆਂ ਤੀਰਥਾਂ ਦੇ ਜਿਹੜੇ ਹਨ, ਉਸ ਤੋਂ ਵੀ ਉੱਤਮ ਪਵਿੱਤਰ ਹੋਵੇਗਾ। ਸਾਰਿਆਂ ਦਾ ਇਸ਼ਨਾਨ ਹੋ ਜਾਏਗਾ। ਉੱਤਮ ਜਿਵੇਂ ਪਰੂਵਲ ਰਾਜੇ ਨੂੰ ਇਸ਼ਨਾਨ ਸਾਰੇ ਤੀਰਥਾਂ ਨੇ ਕੋਲੇ ਆ ਕੇ ਜਲ ਨਾਲ ਆਵਾਜ਼ ਦੇ ਕੇ ਕਿ ਅਸੀਂ ਤੀਰਥ ਆ ਗਏ ਹਾਂ, ਤੂੰ ਸੰਕਲਪ ਨਾ ਕਰ। ਸਿਮਰਨ ਦੇ ਬਰਾਬਰ ਨਹੀਂ ਤੀਰਥਾਂ ਦਾ ਇਸ਼ਨਾਨ ਹੋ ਸਕਦਾ। ਇਉਂ ਇਸ਼ਨਾਨਾਂ 'ਚੋਂ ਉੱਤਮ ਇਸ਼ਨਾਨੀ ਉਹ ਹੋ ਜਾਏਗਾ। ਇੱਕ ਤਾਂ ਇਸ਼ਨਾਨ ਹੈ ਸਰੀਰ ਦਾ, ਇੱਕ ਹੈ ਸਣੇ ਕੇਸਾਂ ਦਾ, ਇੱਕ ਹੈ ਸਣੇ ਬਸਤਰਾਂ ਦਾ। ਇਹ ਹੈ ਸਾਧ ਸੰਗਤ ਜੀ ਅੰਤਹਿਕਰਨ ਦਾ, ਰਾਗ ਦਵੈਖ ਦੀ ਮੈਲ ਮੇਟ ਲੈਣੀ। ਇਉਂ ਉੱਤਮ ਇਸ਼ਨਾਨ ਨੂੰ ਉਹ ਪ੍ਰਾਪਤ ਹੋਵੇਗਾ। ਅੰਦਰ ਦੀ ਸਾਰੀ ਮੈਲ ਮਿਟ ਜਾਵੇਗੀ। ਗਿਆਨ ਰੂਪੀ ਇਸ਼ਨਾਨ ਐਸਾ ਸਤਿਗੁਰੂ ਕਹਿੰਦੇ ਸ੍ਰੇਸ਼ਟ ਹੋਵੇਗਾ।
ਚਾਰ ਪਦਾਰਥ ਕਮਲ ਪਰਗਾਸ। ਭਾਈ ਉਹਨਾਂ ਨੂੰ ਸਾਧ ਸੰਗਤ ਜੀ ਚਾਰੇ ਪਦਾਰਥ ਧਰਮ, ਅਰਥ, ਕਾਮ, ਮੋਖ ਪ੍ਰਾਪਤ ਹੋਣਗੇ ਅਤੇ ਰਿਦਾ ਕੌਲ ਉਹਨਾਂ ਦੇ ਅੰਦਰੋਂ ਖਿੜਿਆ ਹੋਵੇਗਾ। ਜਿਵੇਂ ਸੂਰਜ ਚੜ੍ਹੇ ਤੋਂ ਕੌਲ ਖਿੜ ਜਾਂਦੇ ਆ, ਐਂ ਬ੍ਰਹਮ ਰੂਪੀ ਸੂਰਜ ਦੇ ਗਿਆਨ ਦੇ ਪ੍ਰਕਾਸ਼ ਕਰਕੇ ਗਿਆਨ ਰੂਪੀ ਜਦੋਂ ਕਿਰਨ ਪਵੇਗੀ, ਉਦੋਂ ਕਰਣਾ, ਮੈਤਰੀ ਆਦਿਕ ਪੰਖੜੀਆਂ ਖਿੜ ਆਉਣਗੀਆਂ। ਐਸਾ ਕਮਲ ਦਾ ਪ੍ਰਕਾਸ਼ ਹੋਵੇਗਾ। ਸਭ ਕੈ ਮਦ ਸਗਲ ਤੇ ਉਦਾਸ। ਉਹ ਸਾਰਿਆਂ ਵਿੱਚ ਪਰਿਵਾਰਾਂ ਦੇ ਬੈਠਾ ਦਿਸੇਗਾ, ਸਾਰਿਆਂ ਲੋਕਾਂ ਦੀ ਸਭਾ 'ਚ ਬੈਠਾ ਦਿਸੇਗਾ, ਪਰ ਸਗਲ ਤੇ ਉਦਾਸ, ਅੰਦਰੋਂ ਉਹ ਸਾਰਿਆਂ ਤੋਂ ਉਪਰਾਮ ਹੋਵੇਗਾ, ਪਰਮੇਸ਼ਰ 'ਚ ਜੁੜਿਆ ਹੋਇਆ ਹੋਵੇਗਾ। ਐਸਾ ਉੱਚਾ ਜੀਵਨ ਉਸਦਾ ਹੋਵੇਗਾ। ਸੁੰਦਰ ਚਤੁਰ ਤਤ ਕਾ ਬੇਤਾ। ਸਾਧ ਸੰਗਤ ਜੀ ਸੁੰਦਰ ਉਹਦਾ ਸਰੂਪ ਹੋਵੇਗਾ, ਉਸ ਦਾ ਸੁੰਦਰ ਸਤ ਆਨੰਦ ਦੀ ਪ੍ਰਾਪਤੀ ਵਾਲਾ ਸੋਹਣਾ ਜੀਵਨ ਹੋਵੇਗਾ। ਚਤੁਰ ਵਾਕਾਂ ਕਰਕੇ ਹੋਵੇਗਾ ਅਤੇ ਤਤ ਸਰੂਪ ਦਾ ਵੇਤਾ ਜਾਣੂ ਹੋਵੇਗਾ। ਸਮਦਰਸੀ ਏਕ ਦ੍ਰਿਸ਼ਟੇਤਾ। ਫਿਰ ਸਾਰਿਆਂ 'ਚ ਇੱਕੋ ਵਾਹਿਗੁਰੂ ਦਾ ਦਰਸ਼ਨ ਕਰਨ ਵਾਲਾ ਸਮਦਰਸ਼ੀ ਹੋਵੇਗਾ। ਸਾਰਿਆਂ 'ਚ ਰਾਗ ਦਵੈਖ ਤੋਂ ਰਹਿਤ ਉਸੇ ਵਾਹਿਗੁਰੂ ਨੂੰ ਵੇਖਣ ਵਾਲਾ ਹੋਵੇਗਾ, ਇੱਕੋ ਹੀ ਦ੍ਰਿਸ਼ਟੀ 'ਚ ਆਵੇਗਾ। ਇਸ ਪ੍ਰਕਾਰ ਦਾ ਸਾਧ ਸੰਗਤ ਜੀ ਉਸ ਦਾ ਜੀਵਨ ਬਣ ਜਾਏਗਾ। ਇਹ ਫਲ ਤਿਸ ਜਨ ਕੈ ਮੁਖ ਭਨੇ। ਭਾਈ ਇਹ ਫਲ ਸਾਧ ਸੰਗਤ ਜੀ ਉਸ ਜਨ ਦੇ ਤਾਈਂ ਪ੍ਰਾਪਤ ਹੋਣਗੇ। ਮੁਖੋਂ ਭਨੇ ਕਹੇ ਹੋਏ, ਮੂੰਹੋਂ ਮੰਗੇ ਹੋਏ ਪਦਾਰਥ ਮਿਲ ਜਾਣਗੇ। ਗੁਰ ਨਾਨਕ ਨਾਮ ਬਚਨ ਮਨ ਸੁਨੇ। ਇਹ ਜੋ ਸੁਖਮਨੀ ਸਾਹਿਬ ਗੁਰੂ ਨਾਨਕ ਸਾਹਿਬ ਦੇ ਬਚਨ ਆ, ਇਹਨਾਂ 'ਚ ਨਾਮ ਹੈ ਜਿਸ ਵਿੱਚ ਪਰਮੇਸ਼ਰ ਦਾ ਤੇ ਬਚਨ ਹਨ ਉਪਦੇਸ਼ ਦੇ। ਇਹ ਮਨ ਨਾਲ ਜਿਨ੍ਹਾਂ ਨੇ ਸੁਣੇ ਆ, ਇੰਨੇ ਫਲ ਉਹਨਾਂ ਨੂੰ ਪ੍ਰਾਪਤ ਹੋਣਗੇ। ਇਹ ਸੁਖਮਨੀ ਸਾਹਿਬ ਦਾ ਮਹਾਤਮ ਇੱਕ ਪੌੜੀ 'ਚ ਮਹਾਰਾਜ ਸਾਹਿਬ ਨੇ ਕਥਨ ਕੀਤਾ ਹੈ। ਗੁਰੂ ਨਾਨਕ ਸਾਹਿਬ ਦੇ ਜਿਹੜੇ ਬਚਨ ਆ ਨਾ ਨਾਮ 'ਚ ਕਥਨ ਕੀਤੇ ਹੋਏ, ਇਸ ਦੇ ਤਾਈਂ ਜਿਨ੍ਹਾਂ ਦੇ ਮੁਖ ਭਨੇ, ਮੁਖੋਂ ਉਚਾਰਨ ਕੀਤੇ ਆ ਤੇ ਮਨ ਸੁਣੇ, ਮਨ ਨਾਲ ਸੁਣੇ ਆ, ਇਹ ਫਲ ਤਿਸ ਜਨ ਕੇ, ਇਹ ਜਿੰਨੇ ਫਲ ਦੱਸੇ ਸਾਰੇ ਉਹਨਾਂ ਨੂੰ ਪ੍ਰਾਪਤ ਹੋ ਜਾਣਗੇ। ਇਹੋ ਨਿਧਾਨ ਜਪੈ ਮਨ ਕੋਇ। ਭਾਈ ਇਹ ਸੁਖਮਨੀ ਸਾਹਿਬ ਤਾਂ ਭਾਈ ਨਾਮ ਦਾ ਖਜ਼ਾਨਾ ਹੈ। ਮਹਾਰਾਜ ਸਾਹਿਬ ਕਹਿੰਦੇ ਜਿਹੜਾ ਕੋਈ ਮਨ ਦੇ ਨਾਲ ਜਪੇਗਾ, ਸਭ ਜੁਗ ਮਹਿਤਾ ਕੀ ਗਤ ਹੋਏ। ਉਹ ਇਕੱਲੇ ਕਲਯੁਗ ਵਿੱਚ ਨਹੀਂ, ਸਤਯੁਗ ਵਿੱਚ ਵੀ, ਜਿੱਥੇ ਲੱਖਾਂ ਵਰਿਆਂ ਦੀ ਉਮਰ ਨਾਲ ਜੋਗ ਕਮਾਈਦਾ ਸੀ, ਜਿੱਥੇ ਤ੍ਰੇਤੇ 'ਚ ਜਗ ਕਰੀਦਾ ਸੀ, 1000 ਵਰੇ ਦੀ ਉਮਰ ਦੇ ਵਿੱਚ, ਜਿੱਥੇ ਦੁਆਪਰ 'ਚ 1000 ਵਰੇ 'ਚ ਪੂਜਾ ਕਰੀਦੀ ਸੀ, ਇਹ ਸਾਰਿਆਂ ਯੁੱਗਾਂ ਵਿੱਚ ਮਹਾਰਾਜ ਦੀ ਬਾਣੀ ਨਾਲ ਮੁਕਤ ਹੋ ਜਾਏਗਾ। ਚਾਹੇ ਕਿਸੇ ਯੁੱਗ ਵਿੱਚ ਕੋਈ ਹੋਵੇ, ਸਾਰੇ ਯੁੱਗਾਂ ਦੇ ਜਿੰਨੇ ਜੀ ਜੰਤ ਹੈ ਨਾ, ਵਿਛੜੇ ਹੋਏ, ਸਤਯੁਗ ਦੇ ਵਿਛੜੇ ਹੋਏ, ਤ੍ਰੇਤੇ ਦੇ, ਦੁਆਪਰ ਦੇ, ਉਹਨਾਂ ਦੀ ਸਾਰਿਆਂ ਦੀ ਇਸ ਬਾਣੀ ਵਿੱਚ ਮੁਕਤ ਹੋ ਜਾਏਗੀ, ਭਾਵ ਕਲਿਆਣ ਹੋ ਜਾਏਗੀ। ਚਹੋ ਜੁਗਾਂ ਕਾ ਹੁਣ ਨਬੇੜਾ, ਨਰ ਮਨੁੱਖਾਂ ਨੂੰ ਏਕ ਨਿਧਾਨਾ। ਗੁਣ ਗੋਬਿੰਦ ਨਾਮ ਧੁਨ ਬਾਣੀ। ਅਤੇ ਇਹਦੇ ਵਿੱਚ ਗੋਬਿੰਦ ਦੇ ਗੁਣ ਕਥਨ ਕੀਤੇ ਹੋਏ ਹਨ, ਗਿਆਨ ਕਥਨ ਕੀਤਾ ਹੋਇਆ ਹੈ। ਇਸ ਦੇ ਅੰਦਰ ਬਾਣੀ ਦੇ ਅੰਦਰ ਨਾਮ ਦੀ ਧੁਨੀ ਹੈ, ਨਾਮ ਦਾ ਉਚਾਰਨ ਕੀਤਾ ਹੋਇਆ ਹੈ। ਧੁਨ ਸੁੰਦਰ, ਧੁਨ ਨਾਮ ਉਚਾਰਨ ਦਾ ਹੈ। ਗੋਬਿੰਦ ਦੇ ਗੁਣ, ਗੋਬਿੰਦ ਦੇ ਗੁਣਾਂ ਨੂੰ ਉਚਾਰਨ ਕੀਤਾ ਹੋਇਆ ਹੈ, ਨਾਮ ਨੂੰ ਉਚਾਰਨਾ ਕੀਤਾ ਹੋਇਆ ਹੈ। ਇਹ ਨਾਮ ਹੀ ਬਾਣੀ, ਇਹਦੇ 'ਚ ਧੁਨੀ ਐਸੀ ਬੱਝੀ ਹੋਈ ਹੈ, ਇੱਕ ਰਸ ਨਾਮ ਦੀ ਲਿਵ ਬਣਾਈ ਹੋਈ ਹੈ। ਸਿਮਰਤ ਸ਼ਾਸਤਰ ਵੇਦ ਬਖਾਣੀ। 27 ਸਿਮਰਤੀਆਂ ਜਿਸ ਗੋਬਿੰਦ ਨੂੰ ਕਹਿੰਦੀਆਂ ਹਨ, 6 ਸ਼ਾਸਤਰ ਜਿਸ ਨੂੰ ਕਹਿੰਦੇ ਹਨ, ਸਾਰੇ ਵੇਦ ਜਿਸ ਦਾ ਵਿਖਿਆਨ ਕਰਦੇ ਹਨ, ਉਸ ਗੋਬਿੰਦ ਦੇ ਪਰਮੇਸ਼ਰ ਦੇ ਨਾਮ ਨੂੰ ਕਥਨ ਕੀਤਾ ਹੈ। ਇਸ ਬਾਣੀ ਵਿੱਚ ਉਸ ਪਰਮੇਸ਼ਰ ਦੇ ਨਾਮ ਦੇ ਗੁਣ ਕਥਨ ਕੀਤੇ ਹੋਏ ਹਨ।
ਜਿਵੇਂ ਗੀਤਾ ਦੇ ਅੰਦਰ ਲਿਖਿਆ ਹੈ ਕਿ हे ਅਰਜਨ, ਕਰਮ ਕਰਦਾ ਹੋਇਆ ਕਰਮਾਂ ਦੀ ਵਾਸ਼ਨਾ ਤੋਂ ਰਹਿਤ ਹੈ। ਮਹਾਰਾਜ ਨੇ ਕਿਹਾ, ਕਰਮ ਕਰਤ ਹੋਵੈ ਨੇ ਕਰਮ, ਇੱਕੇ ਤੁਕ ਵਿੱਚ ਗੀਤਾ ਮੁਕਾ ਦਿੱਤੀ ਸਾਰੀ। ਇਸੇ ਪ੍ਰਕਾਰ ਵੇਦ ਆਦਿਕ ਇੱਕ ਮੇਵਾ ਅਦੁੱਤੀ ਬ੍ਰਹਮ, ਆਪ ਜੀ ਨੇ ਏਕੋ ਜਪ ਏਕੋ ਸਾਹ ਲਾਹੇ ਵਾਕ ਕਹੇ ਆ। ਸ਼ਾਸਤਰ ਜਿਹੜੇ ਆ ਉਸ ਬ੍ਰਹਮ ਨੂੰ ਕਹਿੰਦੇ ਹਨ। ਸਿਮਰਤੀਆਂ ਵੀ ਉਸ ਦੀ ਆਗਿਆ ਦੱਸਦੀਆਂ ਹਨ। ਇਉਂ ਸਾਰਿਆਂ ਦਾ ਵਿਖਿਆਨ ਵਿੱਚ ਆ ਗਿਆ ਹੈ। ਸਿਮਰਤ ਸਿਮਰਨਾ ਕਰੋ ਜੋ ਸਤ ਸਰੂਪ ਪਰਮੇਸ਼ਰ ਹੈ। ਵੇਦ ਗਿਆਨ ਦੁਆਰਾ ਉਸ ਦਾ ਵਿਖਿਆਨ ਕੀਤਾ ਹੈ। ਇੱਥੇ ਸਗਲ ਮਤਾਂਤ ਕੇਵਲ ਹਰ ਨਾਮ, ਸਾਰਿਆਂ ਮਤਾਂ ਦਾ ਅੰਤ ਸਿਧਾਂਤ ਸਿੱਟਾ ਇਹ ਹੈ, ਤਤ ਕੇਵਲ ਇੱਕੋ ਇੱਕ ਪਰਮੇਸ਼ਰ ਦਾ ਨਾਮ ਜਪ ਕੇ ਕੈਵਲਿਆ ਹੋਈਦਾ ਹੈ। ਗੋਬਿੰਦ ਭਗਤ ਕੈ ਮਨ ਬਿਸਰਾਮ, ਗੋਬਿੰਦ ਜੋ ਪਰਮੇਸ਼ਰ ਦੇ ਭਗਤ ਹਨ ਉਹਨਾਂ ਦੇ ਮਨ 'ਚ ਵਿਸ਼ਰਾਮ ਕਰਦੇ ਟਿਕਦੇ ਹਨ। ਕੋਟ ਅਪਰਾਧ ਸਾਧ ਸੰਗ ਮਿਟੈ, ਜਿਨ੍ਹਾਂ ਗੋਬਿੰਦ ਦੇ ਭਗਤਾਂ 'ਚ ਨਾਮ ਦਾ ਵਿਸ਼ਰਾਮ ਆਇਆ ਉਹਦਾ ਨਾਮ ਸਾਧ ਹੈ। ਮਹਾਰਾਜ ਕਹਿੰਦੇ, ਕਰੋੜਾਂ ਅਪਰਾਧ ਉਹਨਾਂ ਮਹਾਤਮਾ ਦੀ ਸੰਗਤ ਕਰਕੇ ਮਿਟ ਜਾਂਦੇ ਹਨ। ਸੰਤ ਕਿਰਪਾ ਤੇ ਜਮ ਤੇ ਛੁਟੈ, ਭਾਈ ਸੰਤਾਂ ਭਗਤਾਂ ਦੀ ਕਿਰਪਾ ਕਰਕੇ ਜੀਵ ਛੁਟਕਾਰਾ ਪਾਉਂਦਾ, ਮੁਕਤ ਹੋ ਜਾਂਦਾ ਹੈ। ਜਾ ਕੈ ਮਸਤਕ ਕਰਮ ਪ੍ਰਭ ਪਾਏ, ਸਤਿਗੁਰੂ ਜੀ ਫਰਮਾਉਂਦੇ, ਭਾਈ ਜਿਨ੍ਹਾਂ ਦੇ ਮੱਥੇ ਤੇ ਮਹਾਰਾਜ ਨੇ ਪੂਰਬਲੇ ਪੁੰਨਾਂ ਦੇ ਪ੍ਰੇਰੇ ਹੋਏ ਨੇ, ਨਿਸ਼ਕਾਮ ਕਰਮ ਰੂਪ ਲੇਖ ਪਾ ਦਿੱਤੇ ਹਨ। ਸਾਧ ਸਰਣ ਨਾਨਕ ਤੇ ਆਏ, ਉਹ ਭਾਈ ਸਾਰੀਆਂ ਕਾਮਨਾ ਛੱਡ ਕੇ ਸਾਧ ਸੰਗਤ ਦੀ ਸ਼ਰਨ 'ਚ ਪੁਰਖ ਆਏ ਹਨ। ਜਿਸ ਮਨ ਬਸੈ ਸੁਨੈ ਲਾਇ ਪ੍ਰੀਤ, ਇਹ ਅੰਮ੍ਰਿਤ ਰੂਪ ਬਾਣੀ ਸੁਖਮਨੀ ਸਾਹਿਬ ਜਿਨ੍ਹਾਂ ਦੇ ਮਨ 'ਚ ਵਸ ਜਾਏਗੀ, ਜਿਹੜਾ ਪ੍ਰੇਮ ਲਾ ਕੇ ਸੁਣੇਗਾ ਅਤੇ ਪੜ੍ਹੇਗਾ, ਤਿਸ ਜਨ ਆਵੈ ਹਰ ਪ੍ਰਭ ਚੀਤ। ਧੰਨ ਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਉਹਨਾਂ ਦੇ ਅਕਾਲ ਪੁਰਖ ਵਾਹਿਗੁਰੂ ਚੇਤੇ ਆਇਆ ਕਰੇਗਾ। ਇਹ ਵਰ ਦਿੰਦੇ ਹਨ ਸੱਚੇ ਪਾਤਸ਼ਾਹ, ਜਿਨ੍ਹਾਂ ਦੇ ਮਨ 'ਚ ਵਸ ਜਾਊ ਸੁਖਮਨੀ ਸਾਹਿਬ, ਜਿਹੜਾ ਪ੍ਰੇਮ ਲਾ ਕੇ ਸੁਣੇਗਾ ਉਹਨਾਂ ਜਨਾਂ ਦੇ ਹਰੀ ਪ੍ਰਭੂ ਚੇਤੇ ਆਇਆ ਕਰੇਗਾ। ਸਾਧ ਸੰਗਤ ਜੀ, ਭਾਗਾਂ ਵਾਲਿਆਂ ਜਿਨ੍ਹਾਂ ਪੁਰਖਾਂ ਨੇ ਸਿਮਰਨ ਕੀਤਾ ਹੈ, ਇਸ ਬਾਣੀ ਦੇ ਨਾਲ ਬਹੁਤ ਚਿੱਤ ਜੋੜ ਕੇ ਕੀਤਾ ਹੈ। ਸੰਤ ਮੱਘਰ ਸਿੰਘ ਜੀ ਰਾਮਗੜ੍ਹ ਵਾਲੇ 17 ਪਾਠ ਰੋਜ਼ ਸੁਖਮਨੀ ਸਾਹਿਬ ਦੇ ਕਰਿਆ ਕਰਦੇ, ਨਾਲੇ ਫੌਜ ਵਿੱਚ ਨੌਕਰੀ ਕਰਿਆ ਕਰਦੇ। ਇਸੇ ਪ੍ਰਕਾਰ ਸਾਧ ਸੰਗਤ ਜੀ ਸੰਤ ਮਸਤੂਆਣੇ ਵਾਲੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਦੇ ਰਹਿੰਦੇ। ਜਦੋਂ ਥੱਕ ਜਾਂਦੇ ਉਸ ਵੇਲੇ ਰੁਮਾਲ ਪਾ ਕੇ ਆਰਾਮ ਕਰਦੇ, ਫੇਰ ਪਾਠ ਕਰਦੇ ਰਹਿੰਦੇ। ਇਸ ਤਰ੍ਹਾਂ ਕਰਦਿਆਂ ਕਰਦਿਆਂ ਵਾਹਿਗੁਰੂ ਮੰਤਰ ਐਸਾ ਸਫੁਰ ਹੋਇਆ ਜੋ ਕਦੇ ਵੀ ਨਹੀਂ ਸੀ ਭੁੱਲਿਆ। ਇਹੋ ਜਿਹੀ ਹਾਲਤ ਬਾਣੀ ਨਾਲ ਚਿੱਤ ਲਾਉਣ ਕਰਕੇ ਹੋਈ। ਇਸੇ ਪ੍ਰਕਾਰ ਸਾਧ ਸੰਗਤ ਜੀ ਬੇਅੰਤ ਗੁਰਸਿੱਖਾਂ ਨੇ ਜੀਵਨ ਮੁਕਤੀ ਨੂੰ ਪਾਇਆ, ਇਸ ਬਾਣੀ ਨਾਲ ਪਿਆਰ ਕਰਕੇ। ਹਜ਼ੂਰ ਫਰਮਾਉਂਦੇ ਹਨ ਕਿ ਤਿਸ ਜਨ ਆਵੈ ਹਰ ਪ੍ਰਭ ਚੀਤ, ਉਹਨਾਂ ਦੇ ਹਰੀ ਪ੍ਰਭੂ ਭਾਈ ਚੇਤੇ ਆਇਆ ਕਰੇਗਾ ਹਰ ਵਕਤ। ਜਨਮ ਮਰਨ ਤਾਕਾ ਦੁਖ ਨਿਵਾਰੈ, ਫਿਰ ਦੱਸਦੇ ਹਨ ਕਿ ਭਾਈ ਉਸ ਦੇ ਜੰਮਣ ਦਾ, ਉਸ ਦੇ ਮਰਨ ਦਾ ਦੁੱਖ ਸੱਚੇ ਪਾਤਸ਼ਾਹ ਦਾ ਇਹ ਨਾਮ ਭੁਲਾ ਦੇਵੇਗਾ। ਦੁਲੱਭ ਦੇਹ ਤਤਕਾਲ ਉਧਾਰੈ, ਇਹ ਬੜੀ ਕਠਨ ਲੱਭਣ ਵਾਲੀ ਦੇਹ ਹੈ ਸਾਧ ਸੰਗਤ ਜੀ। ਉਹ ਝੱਟ ਹੀ ਇਸ ਦੇਹ ਦਾ ਉਧਾਰ ਕਰ ਲਵੇਗਾ, ਆਪ ਦਾ ਭਲਾ ਕਰ ਲਵੇਗਾ। ਨਿਰਮਲ ਸੋਭਾ ਅੰਮ੍ਰਿਤ ਤਾਕੀ ਬਾਣੀ, ਜੋ ਪੁਰਖ ਸ੍ਰੀ ਸੁਖਮਨੀ ਸਾਹਿਬ ਨਾਲ ਪਿਆਰ ਲਾਵੇਗਾ ਉਹਦੀ ਉਜਲ ਸੋਭਾ ਸੰਸਾਰ 'ਚ ਹੋ ਜਾਏਗੀ, ਮੈਲ ਤੋਂ ਰਹਿਤ। ਉਹਦੀ ਬਾਣੀ 'ਚ ਅੰਮ੍ਰਿਤ ਮਹਾਰਾਜ ਭਰ ਦੇਣਗੇ। ਉਹਦੀ ਬਾਣੀ 'ਚੋਂ ਹੀ ਅੰਮ੍ਰਿਤ ਨਿਕਲੇਗਾ। ਜੋ ਬੋਲੇਗਾ ਉਸ ਦੇ ਅੰਮ੍ਰਿਤ ਦੀ ਨਿਆਈ ਜਿਸ ਤਰ੍ਹਾਂ ਫੁੱਲ ਕਿਰਦੇ ਹੁੰਦੇ ਆ, ਅੰਮ੍ਰਿਤ ਮੂੰਹੋਂ ਝੜਦਾ ਹੁੰਦਾ, ਐਸੀ ਝੜੀ ਲੱਗ ਜਾਏਗੀ। ਇਹ ਐਸੀ ਬਾਣੀ 'ਚ ਅਸਰ ਹੋਵੇਗਾ।
ਏਕ ਨਾਮ ਮਨ ਮਾਹੇ ਸਮਾਨੀ। ਬਲਕਿ ਉਹਦੇ ਮਨ ਦੀ ਬਿਰਤੀ, ਮਨ ਦੇ ਵਿੱਚ ਇੱਕ ਨਾਮ ਦੀ ਪ੍ਰੀਤ ਸਮਾ ਜਾਵੇਗੀ। ਐਸਾ ਪਰਮੇਸ਼ਰ ਦੀ ਇਸ ਬਾਣੀ ਦਾ ਰਸ ਪ੍ਰਾਪਤ ਹੋਵੇਗਾ। ਦੁਖ ਰੋਗ ਬਿਨਸੇ ਪੈ ਭਰਮ। ਉਹਨਾਂ ਦੇ ਜੰਮਣ ਮਰਨ ਦੇ ਦੁੱਖ, ਹਉਮੈ ਦੇ ਰੋਗ, ਭੈ 7 ਪ੍ਰਕਾਰ ਦੇ, 5 ਪ੍ਰਕਾਰ ਦੇ ਭਰਮ ਸਭ ਬਿਨਸੇ ਨਾਸ਼ ਹੋ ਗਏ। ਸਾਧ ਨਾਮ ਨਿਰਮਲਤਾ ਕੇ ਕਰਮ। ਉਹਨਾਂ ਦਾ ਨਾਮ ਭਾਈ ਸਾਧ ਬਣ ਗਿਆ। ਜਿਨ੍ਹਾਂ ਨੇ ਇਹ ਗੁਣ ਗਾਏ ਆ ਉਹਨਾਂ ਦੇ ਨਿਰਮਲ ਕਰਮ ਹੋ ਗਏ, ਉਜਲ ਕਰਮ ਹੋ ਗਏ। ਮੈਲ ਵਾਲੇ ਕਰਮ ਨਹੀਂ ਉਹ ਕਰਦੇ, ਸਦਾ ਉਜਲ ਕਮਾਈ ਕਰਦੇ ਨਿਸ਼ਕਾਮਤਾ ਵਾਲੀ। ਸਭ ਤੇ ਊਚ ਤਾਕੀ ਸੋਭਾ ਬਣੀ। ਭਾਈ ਸਾਰਿਆਂ ਨਾਲੋਂ ਉੱਚੀ ਉਹਨਾਂ ਪਿਆਰਿਆਂ ਦੀ ਵਡਿਆਈ ਸੋਭਾ ਬਣੀ ਹੈ, ਜਿਨ੍ਹਾਂ ਨੇ ਇਸ ਬਾਣੀ ਨਾਲ ਪ੍ਰੀਤ ਲਾ ਕੇ ਸੁਣਿਆ ਤੇ ਪੜ੍ਹਿਆ ਹੈ, ਜਿਸ ਦੇ ਮਨ 'ਚ ਵਸੀ ਹੈ। ਨਾਨਕ ਇਹ ਗੁਣ ਨਾਮ ਸੁਖ ਮਨੀ। ਸਤਿਗੁਰੂ ਸਾਹਿਬ ਜੀ ਕਹਿੰਦੇ ਇੰਨੇ ਗੁਣ ਇਹਦੇ 'ਚ ਹੋਣੇ ਕਰਕੇ ਇਹਦਾ ਨਾਮ ਸੁਖਮਣੀ ਸਾਹਿਬ ਰੱਖਿਆ ਅਸਾਂ ਨੇ। ਇਹ ਸੁੱਖਾਂ ਦੀ ਮਣੀ ਹੈ, ਮਣਾ ਮੂੰਹ ਸੁੱਖਾਂ ਨੂੰ ਦੇਣ ਵਾਲੀ ਹੈ, ਸ਼੍ਰੋਮਣੀ ਸੁੱਖ ਨੂੰ ਦੇਣ ਵਾਲੀ ਹੈ। ਇਸ ਅੰਮ੍ਰਿਤ ਰੂਪ ਬਾਣੀ ਨਾਲ ਚਿੱਤ ਸਾਧ ਸੰਗਤ ਜੀ ਜੋੜ ਕੇ, ਆਪਣੇ ਮਨ ਨੂੰ ਜੋੜ ਕੇ ਹਰ ਵਕਤ ਇਸ ਬਾਣੀ ਨਾਲ ਜੁੜਨਾ ਚਾਹੀਦਾ ਹੈ। ਸੋ ਸਾਧ ਸੰਗਤ ਜੀ, ਇਹ ਸੀ ਸੰਪੂਰਨਤਾ ਸ੍ਰੀ ਸੁਖਮਨੀ ਸਾਹਿਬ ਜੀ ਦੀ ਵਿਚਾਰ ਜੋ ਸਤਿਗੁਰਾਂ ਨੇ ਆਪ ਕਰਵਾਈ ਹੈ। ਤਰਸ ਕਰਕੇ ਆਪ ਵਿੱਚ ਸਹਾਈ ਹੋ ਕੇ, ਆਪ ਵਿੱਚ ਵਰਤ ਕੇ। ਸੋ ਕੁਝ ਕੁ ਇਸ ਬਾਣੀ ਦੀਆਂ ਜੋ ਸਮਾਪਤੀ ਵਾਲੀਆਂ ਵੀ ਕੁਝ ਵਿਚਾਰਾਂ ਹਨ ਸਤਿਗੁਰਾਂ ਨੇ ਮਹਾਂਪੁਰਖਾਂ ਵੱਲੋਂ ਦਿੱਤੀਆਂ ਹੋਈਆਂ, ਉਹ ਵੀ ਅਸੀਂ ਦੂਸਰੀ ਆਡੀਓ ਵਿੱਚ, ਆਖਰੀ ਆਡੀਓ ਵਿੱਚ ਰਿਕਾਰਡ ਕਰਾਂਗੇ। ਇਹ ਆਡੀਓ ਵੱਡੀ ਹੋਣ ਦਾ ਥੋੜ੍ਹਾ ਜਿਹਾ ਖਦਸ਼ਾ ਹੈ, ਇਸ ਲਈ ਅਸੀਂ ਇੱਥੇ ਹੀ ਇਹ ਸਮਾਪਤੀ ਕਰਾਂਗੇ, ਕਿਉਂਕਿ ਬਾਕੀ ਦਾ ਜੋ ਹੋਰ ਮਹਾਤਮ ਹੈ ਕਿ ਕਿੰਨੀਆਂ ਅਸ਼ਟਪਦੀਆਂ ਔਰ ਕਿਹੜੀ ਅਸ਼ਟਪਦੀ ਇਸ ਬਚਨ ਨੂੰ ਲੈ ਕੇ ਸਤਿਗੁਰਾਂ ਉਚਾਰੀ ਹੈ, ਕਿਹੜੀ ਅਸ਼ਟਪਦੀ ਕਿਹੜੇ ਸ਼ਲੋਕ 'ਚ ਕੀ ਸਮਝਾਇਆ ਹੈ, ਉਹ ਅਸੀਂ ਹੁਣ ਸਮਾਪਤੀ ਵਾਲੀ ਆਡੀਓ ਦੇ ਵਿੱਚ ਆਪ ਜੀ ਨਾਲ ਸਾਂਝਾ ਕਰਾਂਗੇ। ਆਪ ਜੀ ਨੇ ਜ਼ਰੂਰ ਸਾਰੀਆਂ ਹੀ ਆਡੀਓ ਕਥਾ ਸਰਵਣ ਕਰਨੀਆਂ ਹਨ। ਇਸੇ ਤਰ੍ਹਾਂ ਸੋ ਸਾਰੀ ਗੁਰਬਾਣੀ ਵਿਚਾਰ ਕਰਦਿਆਂ ਔਰ ਗੁਰਬਾਣੀ ਨੂੰ ਗਾਉਂਦਿਆਂ, ਗੁਰਬਾਣੀ ਸਾਹਿਬ ਜੀ ਨੂੰ ਪੜ੍ਹਦਿਆਂ ਲਗਾ ਮਾਤਰਾਂ ਆਪ ਜੀ ਨਾਲ ਸਾਂਝੀਆਂ ਕਰਦਿਆਂ ਏਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਗਲਤੀਆਂ ਹੁਣ ਤੱਕ ਹੋ ਜਾਣੀਆਂ ਸੁਭਾਵਿਕ ਹਨ। ਆਪ ਸਾਧ ਸੰਗਤ ਜੀ ਨੇ ਬਖਸ਼ ਲੈਣਾ। ਕੋਟਨ ਕੋਟਾਨ ਧੰਨਵਾਦ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ। ਕੋਟਨ ਕੋਟਾਨ ਧੰਨਵਾਦ ਆਪ ਸਾਧ ਸੰਗਤ ਜੀ ਦਾ, ਜੋ ਇਤਨਾ ਸਹਿਯੋਗ ਦੇ ਕੇ ਆਪ ਦਾਸਰੇ ਨੂੰ ਅਮਕੀਰੇ ਕਿਰਮ ਸਤਿਗੁਰ ਸਰਣਾਈ ਆਪ ਜੀ ਨੇ ਕੀੜਿਆਂ ਦੀ ਨਿਆਈ ਦਾਸ ਨੂੰ ਚੁੱਕ ਕੇ ਤਾਹਾਂ ਉਠਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਆਪ ਜੀ ਨੇ ਇਹ ਸੇਵਾ ਲਾਈ ਸੁਖਮਨੀ ਸਾਹਿਬ ਜੀ ਦੀ ਵਿਚਾਰ ਰਿਕਾਰਡ ਕਰਨ ਦੀ। ਸੋ ਸੰਪੂਰਨ ਹੋਈ ਹੈ ਆਪ ਜੀ ਦੇ ਸਹਿਯੋਗ ਦੇ ਨਾਲ, ਔਰ ਮਾਇਆ ਕਰਕੇ ਵੀ ਧਨ ਕਰਕੇ ਵੀ ਆਪ ਸਭ ਸਰਬੱਤ ਸੰਗਤ ਦਾ ਬਹੁਤ ਸਾਥ ਹੈ। ਆਪ ਸੰਗਤ ਨੇ ਭੁੱਲਾਂ ਨਾ ਚਿਤਾਰਨੀਆਂ, ਇਸੇ ਤਰ੍ਹਾਂ ਸਹਿਯੋਗ ਦਿੰਦੇ ਰਹਿਣਾ, ਅਣਜਾਣ ਬੱਚਾ ਜਾਣ ਕੇ ਮੁਆਫ ਕਰਨਾ। ਆਓ ਇਸ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦੀਆਂ ਸਮਾਪਤੀ ਵਾਲੀਆਂ ਪੰਕਤੀਆਂ ਨੂੰ ਪੜ੍ਹ ਕੇ ਗਾ ਕੇ ਸਰਵਣ ਕਰਨਾ ਕਰੀਏ ਜੀ। ਸਭ ਤੇ ਊਚ ਤਾਕੀ ਸੋਭਾ ਬਣੀ, ਨਾਨਕ ਇਹ ਗੁਣ ਨਾਮ ਸੁਖ ਮਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।